सोनिहाल। सत श्रीकाल दोस्तों, प्रोग्राम गुंजा सिख विरसे दी तुहाडा स्वागत है। गुरु हरराए साहब जी के प्रकाश पुरब मौके दिल्ली सिख गुरुद्वारा प्रबंधक कमेटी वालों गुरुद्वारा बंगला साहब विखे विशेष गुरमत समागम करवाए गए। इस मौके पंथ प्रसिद्ध रागी जथे ने आई हुई संगतां नूं इलाही बाणी नाल जोड़िया। बीते दिनी दिल्ली सिख गुरुद्वारा प्रबंधक कमेटी वालों श्री गुरु हरराए जी के प्रकाश पुरब नूं मुख रखदिआं गुरुद्वारा बंगला साहिब विखे विशेष गुरमत समागम करवाए गए, जिस विच पंथ प्रसिद्ध रागी जथिਆਂ ने मनोहर कीर्तन नाल संगत नूं निहाल कीता। इस मौके दिल्ली कमेटी दी धर्म प्रचार कमेटी के चेयरमैन जतिंद्रपाल सिंह गोल्डी ने शमूलियत की ਅਤੇ ਉਹਨਾਂ ਨੇ ਗੁਰੂ ਸਾਹਿਬ ਦੇ ਇਤਿਹਾਸ ਬਾਬਤ ਜਾਣਕਾਰੀ ਸਾਂਝੀ ਕੀਤੀ। सखी मिलो रस मंगल भावो, सखी मिलो रस मंगल भावो, हम कर साजन आया। हम कर साजन आया, हम कर साजन आया। सखी मिलो रस मंगल गावो, सखी मिलो आवो मीत प्यारे, मंगल गावो नारे, मंगल गावो नारे, मंगल गावो नारे। सखी मिलो रस मंगल गावो, सखी मिलो। ਅੱਜ ਦਾ ਪਾਵਨ ਦਿਹਾੜਾ ਹੈ ਜਦੋਂ ਮੇਰੇ 7ਵੇਂ ਗੁਰੂ ਨਾਨਕ ਗੁਰੂ ਹਰਰਾਏ ਸਾਹਿਬ ਦਾ ਪ੍ਰਕਾਸ਼ ਹੋਇਆ। ਬਾਬਾ ਭਾਈ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਗੁਰੂ ਸਾਹਿਬ ਨੇ ਉਸ ਕਰਤਾਰਪੁਰ ਦੀ ਪਾਵਨ ਧਰਤੀ ਤੇ ਆ ਕੇ ਪ੍ਰਕਾਸ਼ ਲਿਆ। ਐਸੇ ਗੁਰੂ ਸਾਹਿਬ ਜਿਨ੍ਹਾਂ ਦਾ ਐਸਾ ਕੋਮਲ ਹਿਰਦਾ ਕਿ ਇੱਕ ਵਾਰੀ ਉਹਨਾਂ ਦੇ ਚੋਲੇ ਨਾਲ ਫੁੱਲ ਟੁੱਟ ਗਿਆ ਤੇ ਉਹਨਾਂ ਨੇ ਉਸ ਤੋਂ ਬਾਅਦ ਦੇ ਚੋਲੇ ਨੂੰ ਸੰਭਾਲ ਕੇ ਚੱਲਣਾ ਸ਼ੁਰੂ ਕੀਤਾ। ਐਸੇ ਮੇਰੇ ਗੁਰੂ ਜਿਨ੍ਹਾਂ ਨੇ ਆਪ ਗ੍ਰੀਨਰੀ ਵੱਲ ਸਾਨੂੰ ਲੋਕਾਂ ਨੂੰ ਪ੍ਰੇਰਿਆ ਕਿ ਅਸੀਂ ਹਰਿਆਲੀ ਵੱਲ ਧਿਆਨ ਦਈਏ, ਅਸੀਂ ਇਹਨਾਂ ਪੇੜਾਂ ਨੂੰ ਨਾ ਕੱਟੀਏ। ਉਹਨਾਂ ਨੇ ਆਪ ਦਵਾਖਾਨੇ ਖੋਲ੍ਹੇ, ਆਪ ਖੂਹ ਲਵਾਏ। ਅੱਜ ਗੁਰੂ ਹਰਰਾਏ ਸਾਹਿਬ ਦਾ ਅਸੀਂ ਪ੍ਰਕਾਸ਼ ਪੁਰਬ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੜੇ ਪਿਆਰ ਸ਼ਰਧਾ ਨਾਲ ਮਨਾ ਰਹੇ ਹਾਂ। ਮੈਂ ਸਾਰੀ ਸੰਗਤ ਨੂੰ ਇਹ ਅਪੀਲ ਕਰਾਂਗਾ ਕਿ ਅਸੀਂ ਵੀ ਇਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲੀਏ, ਇਸ ਮਨੁੱਖਤਾ ਨਾਲ ਪਿਆਰ ਕਰੀਏ। ਜਿਹੜੇ ਅਸੀਂ ਪੇੜਾਂ ਨੂੰ ਕੱਟੀ ਜਾਂਦੇ ਹਾਂ, ਕੱਟ ਕੇ ਅਸੀਂ ਉਹਨਾਂ ਨੂੰ ਖਤਮ ਕਰੀ ਜਾ ਰਹੇ ਹਾਂ, ਉਹਨਾਂ ਜੰਗਲਾਂ ਨੂੰ, ਉਹਨਾਂ ਨੂੰ ਆਪ ਲਗਾਈਏ, ਉਸ ਪੇੜ ਦੀ ਸੰਭਾਲ ਕਰੀਏ ਤਾਂ ਕਿ ਗ੍ਰੀਨਰੀ ਕਾਇਮ ਰਹੇ। ਸੱਚ ਜਾਣਨਾ, ਜੇ ਵਾਤਾਵਰਨ ਹੀ ਖਰਾਬ ਕਰ ਦੇਵਾਂਗੇ ਤਾਂ ਸਾਡਾ ਆਉਣ ਵਾਲਾ ਕੱਲ੍ਹ ਕੀ ਹੋ ਜਾਏਗਾ, ਫਿਰ ਅਸੀਂ ਉਹੀ ਪੋਲਿਊਸ਼ਨ ਦੇ ਅੰਦਰ ਰਵਾਂਗੇ। ਮੈਨੂੰ ਬੇਨਤੀ ਹੈ ਕਿ ਆਪ ਜੀ ਅਸੀਂ ਵੀ ਗੁਰੂ ਹਰਰਾਏ ਸਾਹਿਬ ਦੱਸੇ ਹੋਏ ਰਾਹ 'ਤੇ ਚੱਲੀਏ, ਗੁਰੂ ਸ਼ਬਦ ਨੂੰ ਗੁਰੂ ਹਿਰਦੇ 'ਚ ਵਸਾਈਏ, ਸਿਮਰੋ ਸ਼੍ਰੀ ਹਰਿਰਾਏ ਦੇ ਹਿਸਾਬ ਨਾਲ ਜੋ ਸਾਨੂੰ ਅਰਦਾਸ ਹੈ। ਰੋਜ਼ ਅਸੀਂ ਅਰਦਾਸ ਕਰਨੇ ਹਾਂ, ਤੇਗ ਬਹਾਦਰ ਸਿਮਰਿਆ ਕਰ ਨੋਨੀ ਦਾਵੇ ਤਾਏ। ਉਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲੀਏ। ਗੁਰੂ ਹਰਰਾਏ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਵਧਾਈ। बीते दिन दिल्ली सिख गुरुद्वारा प्रबंधक कमेटी के प्रधान मनजिंदर सिंह सिरसा ते जनरल सकत्तर हरमीत सिंह कालका वालों सरदार इंदरजीत सिंह मोंटी नूं धर्म प्रचार कमेटी के को चेयरमैन ते दलबीर सिंह बीरा नूं धर्म प्रचार कमेटी का संयोजक नियुक्त किया गया। इस मौके कमेटी प्रधान मनजिंदर सिंह सिरसा ते जनरल सकत्तर हरमीत सिंह कालका ने दोवां नूं नियुक्ति पत्र सौंपे ते ਵਧਾਈ ਦਿੱਤੀ। दिल्ली सिख गुरुद्वारा प्रबंधक कमेटी ने इंदरजीत सिंह मोंटी नूं धर्म प्रचार कमेटी के को चेयरमैन ਅਤੇ दलबीर सिंह बीरा नूं धर्म प्रचार कमेटी का कन्वीनर नियुक्त किया है। दिल्ली सिख गुरुद्वारा प्रबंधक कमेटी के प्रधान मनजिंदर सिंह सिरसा ਤੇ जनरल ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੋਵਾਂ ਨੂੰ ਨਿਯੁਕਤੀ ਉੱਤੇ ਵਧਾਈ ਦਿੱਤੀ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ, ਦਿੱਲੀ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਲੋਂ, ਬੀਬੀ ਰਣਜੀਤ ਕੌਰ, ਅਮਰਜੀਤ ਸਿੰਘ ਫਤਿਹਨਗਰ, ਬਿਕਰਮ ਸਿੰਘ ਰੋਹਿਣੀ, ਸਰਬਜੀਤ ਸਿੰਘ ਵਿਰਕ, ਪਰਮਜੀਤ ਸਿੰਘ ਝੰਡੋਕ ਵੀ ਮੌਜੂਦ ਰਹੇ। ਅੱਜ ਸਾਡੇ ਪਰਮ ਸਤਿਕਾਰਿਤ ਹਸਤੀ ਇੰਦਰਜੀਤ ਸਿੰਘ ਜੀ ਮੌਂਟੀ ਜੀ, ਜਿਨ੍ਹਾਂ ਨੂੰ ਦਿੱਲੀ ਕਮੇਟੀ ਦੇ ਇਸ ਧਰਮ ਪ੍ਰਚਾਰ ਵਿੰਗ ਦੇ ਕੋ ਚੇਅਰਮੈਨ ਦੇ ਰੂਪ ਦੇ ਅੰਦਰ ਉਹਨਾਂ ਨੇ ਮਹਾਨ ਸੇਵਾ ਬਖਸ਼ੀ ਗਈ। ਦਲਬੀਰ ਸਿੰਘ ਜੀ ਵੀਰਾ ਜੀ, ਜਿਨ੍ਹਾਂ ਨੂੰ ਕਨਵੀਨਰ ਦੇ ਰੂਪ ਅੰਦਰ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਸ ਧਰਮ ਪ੍ਰਚਾਰ ਦੀ ਸੇਵਾ ਸੌਂਪੀ ਗਈ। ਸਾਡੇ ਗੋਲਡੀ ਜੀ ਜਿਹੜੇ ਸਾਡੇ ਮੁੱਖ ਸੇਵਾਦਾਰ ਨੇ ਇੱਥੇ, ਜਿੱਥੇ ਮੈਂ ਬਹੁਤ ਧੰਨਵਾਦ ਤੁਹਾਡਾ ਸਾਰੀ ਸੰਗਤ ਦਾ ਕਰਦਾ। ਸਾਡੇ ਬਹੁਤ ਹੀ ਸਤਿਕਾਰਿਤ ਨਾਰਾਇਣ ਜੀ, ਸਾਧੂ ਸਿੰਘ ਜੀ ਮਹਾਰਾਜ, ਕਿਉਂਕਿ ਮੈਂ ਨਾਨਕਸਰ ਦੀ ਬਹੁਤ ਸੇਵਾ ਕੀਤੀ ਆ ਔਰ ਮੈਨੂੰ ਪਤਾ ਹੈ ਕਿ ਇਹਨਾਂ ਨੇ ਕਿਸ ਤਰੀਕੇ ਸ਼ਬਦ ਗੁਰੂ ਨਾਲ ਲੋਕਾਂ ਨੂੰ ਜੋੜਨਾ ਕੀਤਾ ਔਰ ਉਸੇ ਪਰੰਪਰਾ ਨੂੰ ਅੱਗੇ ਲਿਜਾਉਣ ਵਾਲੇ ਅੱਜ ਮਹਾਂਪੁਰਖ ਸਾਡੇ ਵਿੱਚ ਨੇ। ਸੋ ਮੈਂ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਪ ਜੀ ਨੂੰ, ਜੀ ਆਇਆਂ ਕਹਿੰਦਾ। ਔਰ ਫਿਰ ਇਸ ਗੱਲ ਦਾ ਵੀ ਤੁਹਾਨੂੰ ਵਧਾਈ ਦਿੰਦੇ ਆ ਕਿ ਤੁਹਾਡੇ ਹੀ ਸਾਰੇ ਚਰਨਾਂ ਨਾਲ ਜੁੜੇ ਹੋਏ ਮਹਾਨ ਸੇਵਾਦਾਰਾਂ ਨੂੰ ਅੱਜ ਇਹ ਮਹਾਨ ਸੇਵਾਵਾਂ ਮਿਲ ਰਹੀਆਂ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ। ਗੁਰੂ ਸਾਹਿਬ ਆਪਣੇ ਤੇ ਨਿਹਾਲ ਹੋਏ ਨੇ, ਗੁਰੂ ਸਾਹਿਬ ਨੇ ਆਪਣੇ ਤੇ ਕਿਰਪਾ ਕੀਤੀ ਹੈ, ਗੁਰੂ ਸਾਹਿਬ ਆਪਣੇ ਤੇ ਬਖਸ਼ਿਸ਼ ਕੀਤੀ ਹੈ ਕਿ ਇਹੋ ਜਿਹੇ ਵੇਲੇ ਜਦੋਂ ਉਸ ਮਾਲਕ ਦੀ ਹੁਕਮਾਂ ਔਰ ਆਰਾਧਨਾ ਪੂਰੀ ਸ੍ਰਿਸ਼ਟੀ ਕਰਦੀ ਪਈ ਆ, 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਐਡਾ ਵੱਡਾ ਦਿਨ ਮਨਾਉਣ ਨੂੰ ਆਪਾਂ ਜਾ ਰਹੇ ਹਾਂ, ਉਹੋ ਜਿਹੇ ਵੇਲੇ ਮੌਂਟੀ ਜੀ ਆਪ ਨੂੰ ਵੀਰਾ ਜੀ ਆਪ ਜੀ ਨੂੰ ਜਿਹੜਾ ਸੇਵਾ ਮਿਲੀ ਔਰ ਮਹਾਂਪੁਰਖਾਂ ਨੇ ਆ ਕੇ ਆਪ ਜੀ ਨੂੰ ਇਹ ਸੇਵਾ ਦਿੱਤੀ ਆ। ਮੈਨੂੰ ਲੱਗਦਾ ਗੁਰੂ ਸਾਹਿਬ ਦੀ ਆਪਣੇ ਤੇ ਆਪ ਤੇ ਖੁਦ ਤੇ ਕਿਰਪਾ ਹੋ ਰਹੀ ਆ। ਮੈਂ ਵਧਾਈ ਦਿੰਦਾ ਸਰਦਾਰ ਇੰਦਰਜੀਤ ਸਿੰਘ ਜੀ ਮੌਂਟੀ ਉਹਨਾਂ ਨੂੰ, ਜਿਸ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹਨਾਂ ਨੂੰ ਸੇਵਾ ਮਿਲੀ ਹੈ ਬਤੌਰ ਕੋ ਚੇਅਰਮੈਨ ਧਰਮ ਪ੍ਰਚਾਰ ਕਮੇਟੀ। ਔਰ ਇਹਨਾਂ ਨੇ ਅੱਜ ਜੋ ਤਰੀਕਾ ਬਣਾਇਆ, ਗੁਰੂ ਚਰਨਾਂ 'ਚ ਅਰਦਾਸ ਕੀਤੀ, ਇਲਾਕੇ ਦੀ ਸੰਗਤ ਔਰ ਮਹਾਂਪੁਰਸ਼ਾਂ ਦੇ ਇੱਥੇ ਚਰਨ ਪਾ ਕੇ ਆਸ਼ੀਰਵਾਦ ਲਿਆ। ਸੰਤ ਸਾਧੂ ਸਿੰਘ ਜੀ, ਸੰਤ ਨਾਰਾਇਣ ਸਿੰਘ ਜੀ ਇੱਥੇ ਆਏ ਨੇ ਆਸ਼ੀਰਵਾਦ ਦੇਣ ਵਾਸਤੇ ਸਮੁੱਚੀ ਕਮੇਟੀ ਨੂੰ, ਸਰਦਾਰ ਇੰਦਰਜੀਤ ਸਿੰਘ ਜੀ ਨੂੰ, ਸਰਦਾਰ ਜਤਿੰਦਰਪਾਲ ਸਿੰਘ ਜੀ ਗੋਲਡੀ ਜੀ ਨੂੰ, ਸਰਦਾਰ ਦਲਬੀਰ ਸਿੰਘ ਜੀ ਬੀਰਾ ਜੀ ਨੂੰ, ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਹ ਸੇਵਾ ਸੰਭਾਲ ਮਿਲੀ ਔਰ ਖਾਸ ਤੌਰ ਤੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਉਸੇ ਜੋ ਸੇਵਾਵਾਂ ਇਹਨਾਂ ਨੇ ਕਰਨੀਆਂ ਨੇ, ਇਹਨਾਂ ਦੇ ਉੱਤੇ ਇਹੋ ਜਿਹੇ ਮਹਾਂਪੁਰਸ਼ਾਂ ਦਾ ਹੱਥ ਹੈ। ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਧਰਮ ਦਾ ਜੋ ਪ੍ਰਚਾਰ ਕਰ ਸਕਣਗੇ, ਇਹਨਾਂ ਦੇ ਉੱਤੇ ਅਪਾਰ ਕਿਰਪਾ। ਮੈਂ ਅੱਜ ਸਮੁੱਚੀ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਦਲਜੀਤ ਸਿੰਘ ਸ਼ਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਮਲ ਹੋ ਗਏ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਉਹਨਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਸ਼ਾਨ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਲ ਹੋ ਗਏ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਉਹਨਾਂ ਦਾ ਪਾਰਟੀ 'ਚ ਸਵਾਗਤ ਕੀਤਾ। ਸਿਰਸਾ ਤੇ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਸਦਕਾ ਵੱਡੇ ਆਗੂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜ ਰਹੇ ਨੇ। ਅੱਜ ਸਾਨੂੰ ਬੜੀ ਖੁਸ਼ੀ ਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਪਿਛਲੇ 2 ਸਾਲਾਂ ਤੋਂ ਗੁਰੂ ਸਾਹਿਬ ਦੀ ਮਹਾਨ ਸੇਵਾ ਦੇ ਅੰਦਰ ਡਟ ਕੇ ਲੱਗੀ ਔਰ ਜਿਸ ਤਰੀਕੇ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਕਾਰਜ ਕੀਤੇ ਜਾ ਰਹੇ ਨੇ, ਭਾਵੇਂ ਉਹ ਬਾਲਾ ਸਾਹਿਬ ਹਸਪੀਟਲ ਨੂੰ ਚਾਲੂ ਕਰਨ ਦੀ ਗੱਲ ਹੋਵੇ, ਭਾਵੇਂ ਉਹ ਦੇਸ਼ ਦੇ ਅੰਦਰ ਸਭ ਤੋਂ ਵੱਡਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਰਮ ਮਨਾਉਣ ਦੀ ਗੱਲ ਹੋਵੇ, ਜਾਂ ਸਭ ਤੋਂ ਵੱਡੇ ਮੈਡੀਸਨ ਸੈਂਟਰ, ਡਾਇਲਿਸਿਸ ਸੈਂਟਰ, ਹੈਲਥ ਸੈਂਟਰ ਖੋਲ੍ਹਣ ਦੀ ਗੱਲ ਹੋਵੇ, ਜਾਂ ਆਪਣੇ ਉਹਨਾਂ ਵੀਰਾਂ ਨਾਲ ਖੜੇ ਹੋਣ ਦੀ ਗੱਲ ਹੋਵੇ ਜਿਨ੍ਹਾਂ ਦੇ ਉੱਤੇ ਸਰਕਾਰ ਅਤਿਆਚਾਰ ਕਰ ਰਹੀ ਆ, ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਅੱਜ ਸਾਡੇ ਵਿੱਚ ਸਰਦਾਰ ਦਲਜੀਤ ਸਿੰਘ ਜੀ ਸ਼ਾਨ, ਜਿਹੜੇ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸਰਨ ਨਾਲ ਜੁੜੇ ਰਹੇ, ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ, ਮੈਂ ਦਿਲ ਦੀਆਂ ਜਿੱਥੇ ਵਧਾਈਆਂ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ ਹਾਂ ਖਾਸ ਤੌਰ ਤੇ ਵਾਲੀਆ ਸਾਹਿਬ ਦਾ, ਜਿਨ੍ਹਾਂ ਨੇ ਇਹਨਾਂ ਦੇ ਅੰਦਰ ਉਹ ਜਜ਼ਬਾ ਭਰਿਆ ਜੋ ਕੌਮ ਦੇ ਅੰਦਰ ਅੱਜ ਹੋਣਾ ਚਾਹੀਦਾ ਔਰ ਇਹਨਾਂ ਨੂੰ ਮਹਿਸੂਸ ਕਰਾਇਆ ਕਿ ਕਿਉਂ ਅੱਜ ਦੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਸਾਨੂੰ ਮਿਲ ਕੇ ਸਾਨੂੰ ਸਾਥ ਦੇਣਾ ਚਾਹੀਦਾ। ਸੋ ਵਾਲੇ ਸਾਹਿਬ, ਮੈਂ ਤੁਹਾਡਾ ਵੀ ਧੰਨਵਾਦ ਕਰਦਾ ਔਰ ਸ਼ਾਨ ਜੀ ਦਾ ਜੀ ਆਇਆਂ ਕਿ ਆਪਾਂ ਮਿਲ ਕੇ ਆਪਣੀ ਕੌਮ ਦੀ ਇਸੇ ਤਰ੍ਹਾਂ ਸੇਵਾ ਕਰ ਸਕੀਏ। ਕਿ ਸਾਡੇ ਵਿੱਚ ਬਹੁਤ ਹੀ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਇੰਨੇ ਸਾਲ ਸੇਵਾ ਕਰਦੇ ਰਹੇ ਔਰ ਅੱਜ ਪਾਰਟੀ ਦੇ ਵਿੱਚ ਸਾਡੀ ਸ਼ਮੂਲੀਅਤ ਪਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਸਰਦਾਰ ਦਲਜੀਤ ਸਿੰਘ ਜੀ ਸ਼ਾਨ, ਜਿਨ੍ਹਾਂ ਨੇ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਇਸ ਪਾਰਟੀ ਔਰ ਇਹ ਕਮੇਟੀ ਜਿਸ ਤਰੀਕੇ ਦੇ ਨਾਲ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਹੈ ਔਰ ਮਾਨਵਤਾ ਦੀ ਸੇਵਾ ਕਰਦੀ ਹੋਈ ਜਿਸ ਤਰੀਕੇ ਦੇ ਨਾਲ ਕੌਮ ਦਾ ਸਿਰ ਉੱਚਾ ਕੀਤਾ, ਆਪਣੀ ਹਰ ਲੜਾਈ ਨੂੰ ਅੱਗੇ ਵੱਧ ਕੇ ਲੜਿਆ। ਸੋ ਇਹਨਾਂ ਦੇ ਵਿੱਚ ਇਹ ਪ੍ਰੇਰਣਾ ਭਰੀ ਗਈ ਔਰ ਜਿਸ ਤਰੀਕੇ ਦੇ ਨਾਲ ਅੱਜ ਇਹਨਾਂ ਨੇ ਇਹਦੇ ਜੁਆਇਨ ਕਰਨ ਦਾ ਫੈਸਲਾ ਕੀਤਾ, ਮੈਂ ਉਹਨਾਂ ਦਾ ਸਵਾਗਤ ਕਰਦਾ। ਪਾਰਟੀ ਦੇ ਵਿੱਚ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਜਾਏਗੀ, ਕਿਉਂਕਿ ਬਹੁਤ ਵੱਡਾ ਤਜਰਬਾ ਇਹਨਾਂ ਕੋਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਵੀ ਲੜਾਉਣ ਦਾ ਵੀ ਰਿਹਾ। ਸੋ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਜਿਸ ਵਕਤ ਪਾਰਟੀ ਦੇ ਵਿੱਚ ਆਉਂਦੇ ਆ, ਪਾਰਟੀ ਦੀ ਤਾਕਤ ਵੱਧਦੀ ਹੈ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਖਾਸ ਤੌਰ ਤੇ ਸਰਦਾਰ ਭਜਨ ਸਿੰਘ ਜੀ ਵਾਲੀਆ ਸਾਹਿਬ ਦਾ, ਜਿਹੜੇ ਆਪ ਇੱਕ ਇੰਸਟੀਚਿਊਟ ਹੈਗੇ ਨੇ ਜਿਨ੍ਹਾਂ ਦੀ ਪ੍ਰੇਰਣਾ ਸੋਤਰਾ ਜੀ ਇੱਕ ਲਹਿਰ ਚੱਲ ਪਈ ਹੈ ਔਰ ਜਿਹੜੇ ਬੰਦੇ ਅਕਾਲੀ ਦਲ ਦਿੱਲੀ ਨੂੰ ਛੱਡ ਕੇ ਆ ਰਹੇ, ਮੈਂ ਸਮਝਦਾ ਸਰਦਾਰ ਭਜਨ ਸਿੰਘ ਵਾਲੀਆ ਨੂੰ ਦੇਖ ਕੇ ਕਿ ਜਿਨ੍ਹਾਂ ਨੇ ਇੰਨਾ ਸਮਾਂ ਆਪ ਉਸ ਪਾਰਟੀ ਦੇ ਨਾਲ ਇੱਕ ਪਿਲਰ ਬਣ ਕੇ ਗੁਜ਼ਾਰਿਆ, ਮਗਰ ਅੱਜ ਦਿੱਲੀ ਦੀਆਂ ਮੌਜੂਦਾ ਕਮੇਟੀ ਦੀ ਸੇਵਾਵਾਂ ਨੂੰ ਦੇਖਦੇ ਹੋਏ ਸਾਰੇ ਲੋਕ ਇੱਥੇ ਆ ਰਹੇ ਨੇ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਛੋੜ ਕੇ
ਸ਼੍ਰੋਮਣੀ ਅਕਾਲੀ ਦਲ ਵਿੱਚ ਆ ਗਿਆ ਔਰ ਇਹਨੂੰ ਜੁਆਇਨ ਕੀਤਾ। ਮੈਂ ਅੱਗੇ ਵੀ ਹੁਣੀ ਕਿਹਾ ਥੋੜ੍ਹੀ ਦੇਰ ਪਹਿਲੇ ਕਿ ਮੇਰਾ ਪਿਛੋਕੜ ਜਿਹੜਾ ਹੈ ਉਹ ਅਕਾਲੀ ਪਰੰਪਰਾ ਨਾਲ ਜੁੜਿਆ ਹੋਇਆ ਹੈ। ਮੇਰੇ ਬਜ਼ੁਰਗ ਜਿਹੜੇ ਸਨ ਉਹ ਆਪਣੇ ਟਾਈਮ 'ਤੇ ਇਸੇ ਹੀ ਦਿੱਲੀ ਕਮੇਟੀ ਦੇ ਵਿੱਚ ਜਨਰਲ ਸਕੱਤਰ ਦੀ ਸੇਵਾ ਨਿਭਾ ਕੇ ਗਏ ਹਨ। ਸੋ ਮੇਰੇ ਵਾਸਤੇ ਇੱਥੇ ਆਉਣਾ ਕੋਈ ਨਵਾਂ ਨਹੀਂ। ਠੀਕ ਹੈ, ਕੁਝ ਟਾਈਮ ਵਾਸਤੇ ਇੱਧਰ ਉੱਧਰ ਮਨ ਭਟਕ ਗਿਆ ਸੀ, ਪਰ ਮੁੜ ਆ ਕੇ ਅਖੀਰ ਤੇ ਹੀ ਸਮਝਿਆ ਕਿ ਬਈ ਅਗਰ ਸਹੀ ਤਰੀਕੇ ਨਾਲ ਪੰਥ ਦੀ ਸੇਵਾ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਆਪਣੇ ਵਾਸਤੇ ਠੀਕ ਹੈ। ਸੋ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ ਤੇ ਮੈਂ ਅੱਜ ਆਪਣੇ ਘਰ ਵਾਪਸ ਆਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸੇ ਤਹਿਤ ਦਿੱਲੀ ਦੇ ਗੁਰੂ ਹਰਕ੍ਰਿਸ਼ਨ ਨਗਰ ਵਾਰਡ ਨੰਬਰ 10 ਸੁਰਜੀਤ ਸਿੰਘ ਜੀਤੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਅਹਿਮ ਕਨਵੈਨਸ਼ਨ ਕਰਵਾਈ ਗਈ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਮੌਜੂਦ ਰਹੇ। ਇਸ ਮੌਕੇ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਬਤ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਰਜੀਤ ਸਿੰਘ ਜੀਤੀ ਵੱਲੋਂ ਗੁਰੂ ਹਰਕ੍ਰਿਸ਼ਨ ਨਗਰ ਵਿੱਚ ਅਕਾਲੀ ਕਨਵੈਨਸ਼ਨ ਕਰਵਾਈ ਗਈ। ਇਸ ਮੌਕੇ ਦਿੱਲੀ ਕਮੇਟੀ ਆਗੂਆਂ ਨੇ ਕਿਹਾ ਕਿ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਵਿੱਚ ਸੰਗਤਾਂ ਨੇ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਭੁਗਤਣ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਦਿੱਲੀ ਕਮੇਟੀ ਦੇ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਮੌਜੂਦ ਰਹੇ। ਅੱਜ ਆਪਾਂ ਇਕੱਠੇ ਕਿਉਂ ਹੋਏ ਹਾਂ ਨੌਜਵਾਨੋ? ਅੱਜ ਆਪਾਂ ਇਸ ਕਰਕੇ ਇਕੱਠੇ ਹੋਏ ਹਾਂ ਕਿਉਂਕਿ ਦਿੱਲੀ ਦੇ ਅੰਦਰ ਜੋ ਪਿਛਲੇ 2 ਸਾਲਾਂ ਤੋਂ ਆਪਨੇ ਆਪਣੇ ਇਸ ਨੌਜਵਾਨਾਂ ਦੀ ਟੀਮ ਨੂੰ ਇੱਕ ਸੇਵਾ ਦਾ ਮੌਕਾ ਬਖਸ਼ਿਆ, ਉਸ ਦੇ ਚੱਲਦੇ ਅੱਜ ਅਸੀਂ ਫੇਰ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ ਔਰ ਇਹਨਾਂ ਉਮੀਦਾਂ ਨਾਲ ਹਾਜ਼ਰ ਹੋਏ ਹਾਂ ਕਿ ਜਿਸ ਤਰੀਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪੂਰੇ ਦੇਸ਼ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ ਆਪਣੇ ਸਿੱਖੀ ਦੇ ਪਰਚਮ ਦਾ ਲਹਿਰਾਉਣਾ ਕੀਤਾ, ਪੂਰੀ ਦੁਨੀਆ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕੀ ਆ ਉਸ ਦੇ ਵਜੂਦ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਡੇ ਸਿੱਖਾਂ ਦੀ ਇੱਕ ਸਭ ਤੋਂ ਵੱਡੀ ਤਾਕਤਵਰ ਇੱਕ ਕਮੇਟੀ ਆ, ਸਾਡੀ ਸੰਸਥਾ ਹੈ, ਨੁਮਾਇੰਦਾ ਸੰਸਥਾ ਹੈ। ਪਰ ਸਾਡੇ ਤੋਂ ਪਹਿਲਾਂ ਜਿਹੜੇ ਲੋਕ ਰਹੇ, ਮਾਫ ਕਰਨਾ ਨੌਜਵਾਨੋ, ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਹਾਂ, ਉਹਨਾਂ ਇਹਨਾਂ ਕਮੇਟੀਆਂ ਦੇ ਵਜੂਦ ਨੂੰ ਖਤਮ ਕੀਤਾ। ਉਹਨਾਂ ਦੀ ਸੋਚ ਕੇਵਲ ਇੱਥੋਂ ਤੱਕ ਸੀਮਿਤ ਰਹੀ ਕਿ ਸਾਨੂੰ ਕਮੇਟੀ ਦੀ ਕੁਰਸੀ ਮਿਲ ਜਾਵੇ। ਕੁਰਸੀ ਭਾਵੇਂ ਕਿਲੋ ਫੈਵੀਕੋਲ ਡੋਰ ਉੱਤੇ ਬਿਠਾ ਦਿਓ ਤਾਂ ਕਿ ਜਿੱਥੇ ਜਾਈਏ ਕੁਰਸੀ ਨਾਲ ਨਾਲ ਜਾਵੇ। ਸੋਚ ਇਸ ਤੋਂ ਅੱਗੇ ਨਹੀਂ ਵਧੀ। ਇਹ ਇਲਾਕਾ ਜਿਹੜਾ ਹੈ ਕੀਰਤੀ ਸਿੰਘਾਂ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਰਾਗੀ ਢਾਡੀਆਂ ਦਾ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਮੈਂ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਗੁਰੂ ਨੂੰ ਜਵਾਬ ਦੇ ਆ, ਸੰਗਤ ਨੂੰ ਜਵਾਬ ਦੇ ਆ। ਜੇ ਮੈਂ ਇਸ ਮੰਚ ਤੋਂ ਕੋਈ ਗੱਲ ਗਲਤ ਕਹਿ ਰਿਹਾ ਹੋਵਾਂ ਤੇ ਜ਼ਰੂਰ ਹੱਥ ਖੜਾ ਕਰਕੇ ਕਿਹੋ ਜੇ ਤੁਸੀਂ ਗਲਤ ਕਹਿ ਰਹੇ ਜੀ, ਤੇ ਜੇ ਮੈਂ ਠੀਕ ਕਹਿ ਰਿਹਾ ਹੋਵਾਂ ਤੇ ਜਕਾਰਿਆਂ ਦੀ ਆਵਾਜ਼ 'ਚ ਕਿਹੋ ਜੇ ਗੱਲ ਤੇ ਠੀਕ ਆ ਜੀ, ਸਾਨੂੰ ਸਮਝ ਆ ਗਈ ਆ। ਮੇਰੇ ਨੌਜਵਾਨੋ, ਇੱਕ ਉਹ ਸਮਾਂ ਸੀ, ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਤੋਂ ਇਲੈਕਸ਼ਨ ਲੜੀ ਸੀ। ਰੋਜ਼ ਰਾਤ ਨੂੰ, ਜਨਮਾਇਸਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਰੋਜ਼ ਰਾਤ ਨੂੰ 7-8 ਵਜੇ ਇਲਾਕੇ 'ਚ ਕੋਈ ਝਗੜਾ ਹੁੰਦਾ ਸੀ ਤੇ ਸਾਡੇ ਇਲਾਕੇ ਲੋਕਾਂ ਦੇ ਫੋਨ ਆਉਣ ਲੱਗ ਪੈਂਦੇ ਸੀਗੇ ਵੀ ਸਾਡੇ ਮੁੰਡੇ ਚੁੱਕ ਕੇ ਲੈ ਗਏ ਨੇ। ਮੁੰਡੇ ਸਾਡੇ ਬੰਦ ਕਰਤੇ, ਦੂਜੇ ਨੂੰ ਨਹੀਂ ਪੁੱਛਦੇ। ਇਹ ਗੱਲ ਤੁਸੀਂ ਸਾਰੇ ਜਾਣਦੇ ਜੇ। ਅੱਜ ਹਾਲਾਤ ਇਹ ਆ ਚੰਨੂਵਾਲਾ ਸਾਹਿਬ, ਅੱਜ ਅਗਰ ਕੋਈ ਥਾਣੇ ਬੱਚੇ ਨੂੰ ਚੁੱਕ ਕੇ ਲੈ ਜਾਵੇ ਨਾ, ਐਸਐਚਓ ਕਹਿੰਦਾ ਬੱਚਾ ਵਾਪਸ ਲੈ ਜਾਓ ਜੇ, ਕਮੇਟੀ ਆ ਜੂਗੀ, ਕਮੇਟੀ ਲਾਉਣ ਤੋਂ ਪਹਿਲਾਂ ਬੱਚਾ ਵਾਪਸ ਲੈ ਜਾਓ। ਮੈਨੂੰ ਇਹ ਦੇਸ਼ ਦੇ ਅੰਦਰ ਇੰਨੀ ਵੱਡੀ ਕਮੇਟੀ ਦੀ ਸੇਵਾ ਮਿਲੀ ਹੈ, ਇਸ ਕਰਕੇ ਮੈਂ ਤੁਹਾਡਾ ਕਰਜ਼ਦਾਰ ਹਾਂ। ਮੈਂ ਇਸ ਕਰਕੇ ਇੱਥੇ ਆ ਕੇ ਬੋਲਦਾ ਪਿਆ ਕਿਉਂਕਿ ਜਿਹੜਾ ਕਰਜ਼ਾ ਤੁਸੀਂ ਮੇਰੇ ਤੇ ਪਾਇਆ ਸੀ, ਉਸ ਕਰਜ਼ੇ ਨੂੰ ਅਦਾ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹਾਂ ਇਮਾਨਦਾਰੀ ਔਰ ਧਿਆਨਦਾਰੀ ਨਾਲ, ਔਰ ਪੂਰੇ ਦੇਸ਼ ਨੂੰ ਦੱਸ ਦਿੱਤਾ। ਅੱਜ ਹਰ ਨੈਸ਼ਨਲ ਚੈਨਲ ਦੇ ਉੱਤੇ ਦਿੱਲੀ ਕਮੇਟੀ ਦੀ ਚਰਚਾ ਹੁੰਦੀ। ਤੁਸੀਂ ਦੇਖਿਆ 26 ਜਨਵਰੀ ਨੂੰ ਜਦੋਂ ਹਮਲਾ ਹੋਇਆ ਕਿਸ ਤਰ੍ਹਾਂ ਸਾਨੂੰ ਚਿੰਨ੍ਹਿਤ ਕੀਤਾ ਗਿਆ, ਪਰ ਉਸ ਵੇਲੇ ਨੈਸ਼ਨਲ ਚੈਨਲ ਨੇ ਸਾਨੂੰ ਲੱਖ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਨਾਮ ਨਾ ਕਰ ਸਕੇ। ਕਿਉਂ? ਕਿਉਂਕਿ ਉਹਨਾਂ ਨੇ 4 ਮਹੀਨੇ ਪਹਿਲਾਂ ਇਹ ਟੀਵੀ ਤੇ ਗੱਲਾਂ ਸੁਣੀਆਂ ਸੀ ਵੀ ਇਹ ਦੇਵਤੇ ਨੇ, ਦੇਵਤੇ। 4 ਮਹੀਨੇ ਪਹਿਲਾਂ ਸਾਨੂੰ ਦੇਵਤੇ ਕਹਿੰਦੇ ਸੀ, ਜਦੋਂ ਉਹਨਾਂ ਕਿਹਾ ਨਾ ਇਹ ਦੇਸ਼ ਵਿਰੋਧੀ ਆ ਗਏ, ਲੋਕਾਂ ਕਹਿੰਦੇ ਝੂਠ ਬੋਲਦੇ ਪਏ। ਇਹ ਉਹੀ ਦੇਵਤੇ ਨੇ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਸੀ, ਜਿਹੜੀ ਕੋਵਿਡ ਦੇ ਅੰਦਰ ਭੁੱਖਿਆਂ ਨੂੰ ਰੋਟੀ ਦੇ ਰਹੇ ਸੀ, ਇਹ ਲੰਗਰ ਛਕਾ ਕੇ ਘਰ ਘਰ ਪਹੁੰਚਾ ਰਹੇ ਸੀ, ਇਹ ਉਹੀ ਦੇਵਤੇ ਨੇ। ਸਾਰਿਆਂ ਤੋਂ ਪਹਿਲੇ ਮੈਂ ਗੱਲ ਕਰਨਾ ਚਾਹਾਂਗੀ ਕੋਵਿਡ ਦੀ। ਜਦੋਂ ਕੋਵਿਡ ਸੀ ਉਦੋਂ ਕੋਈ ਘਰੋਂ ਬਾਹਰ ਨਿਕਲਦਾ ਨਹੀਂ ਸੀ, ਸੜਕਾਂ ਤੇ ਸੁਨਸਾਨ ਪਈ ਹੋਈ ਸੀ ਬਿਲਕੁਲ। ਔਰ ਸਭ ਤੋਂ ਪਹਿਲੇ ਘਰਾਂ ਚੋਂ ਕੌਣ ਬਾਹਰ ਨਿਕਲੇ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਸੜਕਾਂ ਦੇ ਉੱਪਰ ਸੀ। ਔਰ ਸੜਕਾਂ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਕਿਹੜੀ ਜਾਤ ਦਾ ਬੰਦਾ ਜਿਹਨੂੰ ਅਸੀਂ ਲੰਗਰ ਖਵਾਉਣਾ ਹੈ।
ਜਾਤ ਨਹੀਂ ਦੇਖੀ, ਪਾਤ ਨਹੀਂ ਦੇਖੀ ਔਰ ਲੰਗਰ ਛਕਾਇਆ ਸਾਰਿਆਂ ਨੂੰ। ਉਸ ਤੋਂ ਬਾਅਦ ਹੁਣ ਤੁਸੀਂ ਕਿਸਾਨਾਂ ਦੀ ਵੀ ਗੱਲ ਦੇਖ ਰਹੇ ਹੋ। ਕਿਸਾਨਾਂ ਦੀ ਹੈਲਪ ਕੌਣ ਕਰ ਰਿਹਾ? ਪਹਿਲੇ ਦਿਨ ਤੋਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਚਾਹੇ ਉਹ ਕਿਹੜਾ ਵੀ ਬਾਰਡਰ ਹੋਵੇ, ਚਾਹੇ ਟੀਕਰੀ ਬਾਰਡਰ ਹੈ, ਚਾਹੇ ਗਾਜੀਪੁਰ ਬਾਰਡਰ ਹੈ, ਚਾਹੇ ਸਿੰਘੂ ਬਾਰਡਰ ਹੈ। ਉੱਥੇ ਖਾਲੀ ਲੰਗਰਾਂ ਦੀ ਸੇਵਾ ਨਹੀਂ ਚੱਲ ਰਹੀ, ਉਹਨਾਂ ਦੇ ਨਾਲ ਨਾਲ ਹੀ ਮੈਡੀਕਲ ਫੈਸਿਲਿਟੀਜ਼ ਹੋ ਗਈਆਂ, ਬਿਸਤਰੇ ਹੋ ਗਏ, ਜੋ ਕੰਬਲ ਹੋ ਗਏ, ਜੋ ਵੀ ਚੀਜ਼ ਦੀ ਜ਼ਰੂਰਤ ਸੀ ਉੱਥੇ ਉਹ ਚੀਜ਼ਾਂ ਉੱਥੇ ਪਹੁੰਚਾਈਆਂ ਗਈਆਂ। ਅਸੀਂ ਤਾਂ ਸਿਰਫ ਕੰਮ ਕਰਦੇ ਹਾਂ, ਫालतू ਦੀ ਗੱਲ ਨਾ ਸੁਣਦੇ ਹਾਂ ਨਾ ਕਰਦੇ ਹਾਂ। ਤੇ ਤੁਹਾਡੇ ਕੋਲ ਜਿਹੜਾ ਵੀ ਕੋਈ ਆਂਦਾ ਹੈ ਤੁਸੀਂ ਦੇਖਣਾ ਹੈ ਕਿ ਕੰਮ ਕਿੰਨੇ ਕੀਤੇ ਆ। ਫੈਸਲਾ ਤੁਹਾਡੇ ਹੱਥ ਹੈ, ਆਪਾਂ ਵੋਟ ਕੰਮਾਂ ਨੂੰ ਪਾਣੀ ਹੈ। ਇੱਥੇ ਦੀ ਜਿਹੜੀ ਵੀ ਸਾਰੀ ਸੰਗਤ ਹੈ, ਇਹਨਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਵਧਾਇਆ। ਸ਼੍ਰੋਮਣੀ ਅਕਾਲੀ ਦਲ ਜਿਸ ਵਕਤ ਪਹਿਲੀ ਵਾਰ 1995 ਦੇ ਵਿੱਚ ਸਾਂਝੇ ਤੌਰ ਤੇ ਇੱਥੋਂ ਇਲੈਕਸ਼ਨ ਲੜੀ, ਤਾਂ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਇੱਥੋਂ ਜਿਤਾ ਕੇ ਭੇਜਿਆ। ਔਰ ਉਸ ਤੋਂ ਬਾਅਦ 2013 ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਇਸ ਇਲਾਕੇ ਤੋਂ ਜਿਸ ਵਕਤ ਚੋਣ ਲੜਨ ਆਏ, ਦਿੱਲੀ ਦੀ ਨਹੀਂ, ਦੇਸ਼ ਦੀ ਨਹੀਂ, ਪੂਰੀ ਦੁਨੀਆ ਦੀ ਨਜ਼ਰਾਂ ਇਸ ਸੀਟ ਦੇ ਉੱਤੇ ਸੀ ਕਿ ਵਾਕਈ ਇਸ ਇਲਾਕੇ ਦੀ ਸੰਗਤ ਸੱਚ ਦਾ ਸਾਥ ਦਿੰਦੀ ਹੈ ਜਾਂ ਝੂਠਿਆਂ ਦਾ ਸਾਥ ਦਿੰਦੀ ਹੈ। ਮਗਰ ਤੁਸੀਂ ਬੇਬਾਕੀ ਦੇ ਨਾਲ ਉਨ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣ ਕੇ ਭੇਜਿਆ, ਉਸ ਤੋਂ ਬਾਅਦ ਅੱਜ ਅਗਰ ਪ੍ਰਧਾਨ ਬਣੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੇ ਮੈਂ ਸਮਝਦਾ ਇਸ ਇਲਾਕੇ ਦੀ ਸਤਿਕਾਰਯੋਗ ਸੰਗਤ ਦੇ ਬਦਕੇ ਪਿਛਲੇ 2 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਸਿਪਾਹੀਆਂ ਨੇ ਸੇਵਾ ਕੀਤੀ ਹੈ ਤੁਹਾਡੇ ਸਾਹਮਣੇ ਹੈ। 2019 ਤੋਂ ਲੈ ਕੇ ਅੱਜ ਤੱਕ ਜਿਹੜੀਆਂ ਸੇਵਾਵਾਂ ਹੋ ਰਹੀਆਂ, ਮੈਂ ਸਮਝਦਾ ਕਿ ਖਾਸ ਤੌਰ ਤੇ ਪਿਛਲਾ ਸਾਲ ਜਿਹੜਾ ਨਿਕਲਿਆ ਕਰੋਨਾ ਦੀ ਇਸ ਮਹਾਮਾਰੀ ਦੇ ਵਿੱਚ, ਜਿਸ ਵਕਤ ਕੋਈ ਘਰੋਂ ਨਹੀਂ ਨਿਕਲਦਾ ਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਨੇ ਖਾਲੀ ਸਿੱਖਾਂ ਦੀ ਨਹੀਂ ਪੂਰੀ ਮਾਨਵਤਾ ਦੀ ਸੇਵਾ ਕੀਤੀ। ਤਕਰੀਬਨ 2 ਲੱਖ ਪ੍ਰਾਣੀਆਂ ਨੂੰ ਰੋਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਛਕਾਇਆ, 2 ਲੱਖ ਪ੍ਰਾਣੀਆਂ ਨੂੰ। ਅਸੀਂ ਬਾਲਾ ਪ੍ਰੀਤਮ ਦਵਾਖਾਨਾ ਖੋਲਿਆ ਕੋਵਿਡ ਦੇ ਉਸ ਸਮੇਂ ਦੇ ਵਿੱਚ, ਜਿਸ ਵਕਤ ਲੋਕ ਆਪਣੀਆਂ ਦੁਕਾਨਾਂ ਨਹੀਂ ਖੋਲਦੇ ਸੀ, ਬਾਲਾ ਪ੍ਰੀਤਮ ਦਵਾਖਾਨਾ ਖੋਲਿਆ ਗਿਆ ਔਰ ਲੋਕਾਂ ਨੂੰ ਉਹਦਾ ਫਾਇਦਾ ਤਕਰੀਬਨ ਅੱਧੇ ਰੇਟਾਂ ਤੋਂ ਵੀ ਘੱਟ ਦਵਾਈਆਂ ਅੱਜ ਮਿਲਦੀ ਹੈ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਕਿਰਤ ਸੰਸਥਾ ਦਾ ਗਠਨ ਕੀਤਾ ਗਿਆ, ਜੋ ਲੋੜਵੰਦਾਂ ਨੂੰ ਨੌਕਰੀਆਂ ਦੇਣ ਦਾ ਕਾਰਜ ਕਰੇਗੀ। ਇਸ ਮੌਕੇ ਅਕਾਲੀ ਕਨਵੈਨਸ਼ਨ ਵੀ ਕਰਵਾਈ ਗਈ। ਇਸ ਮੌਕੇ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਕਿਰਤ ਸੰਸਥਾ ਦਾ ਗਠਨ ਕੀਤਾ ਗਿਆ, ਜੋ ਲੋੜਵੰਦਾਂ ਨੂੰ ਨੌਕਰੀਆਂ ਦੇਣ ਦਾ ਕਾਰਜ ਕਰੇਗੀ। ਇਸ ਮੌਕੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਵੱਲੋਂ ਅਕਾਲੀ ਕਨਵੈਨਸ਼ਨ ਵੀ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ। ਤੁਸੀਂ ਸਾਨੂੰ ਬੜਾ ਮਾਣ ਬਖਸ਼ਿਆ ਹੈ ਔਰ ਦਿੱਲੀ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ, ਜੋ ਕਿ ਗੁਰੂ ਸਾਹਿਬਾਨਾਂ ਦੇ ਪਵਿੱਤਰ ਚਰਨਛੋਹ ਸਥਾਨ ਆ, ਉਸ ਦੀ ਮਹਾਨ ਸੇਵਾ ਗੁਰੂ ਸਾਹਿਬ ਨੇ ਤਰਸ ਖਾ ਕੇ ਸਾਡੇ ਸੇਵਕਾਂ ਨੂੰ ਦਿੱਤੀ ਔਰ ਆਪ ਜੀ ਦੇ ਆਸ਼ੀਰਵਾਦ ਨਾਲ ਸਾਨੂੰ ਮਿਲੀ। ਮਾਤਾ ਜੀ, ਜਦੋਂ ਦੀ ਸਾਨੂੰ ਇਹ ਸੇਵਾ ਮਿਲੀ ਆ, ਪਹਿਲਾਂ ਤਾਂ ਸਾਨੂੰ 2 ਸਾਲ ਹੋ ਗਏ ਇਸ ਨੌਜਵਾਨਾਂ ਦੀ ਟੀਮ ਨੂੰ ਇਹ ਸੇਵਾ ਨਿਭਾਉਂਦੇ, ਅਸੀਂ ਰਾਤ ਦਿਨ ਇੱਕ ਕੀਤਾ ਹੋਇਆ। ਕਈ ਵਾਰ ਲੋਕ ਪੁੱਛਦੇ ਨੇ ਇਹ ਵੀਡੀਓ ਤੁਹਾਡੀ ਕੱਲ੍ਹ ਦੀ ਆ ਕਿ ਅੱਜ ਦੀ ਆ, ਕਿ ਤੁਸੀਂ ਇੱਥੇ ਬੈਠੇ ਜੇ, ਤੁਸੀਂ 2 ਘੰਟੇ ਪਹਿਲਾਂ ਕਿੱਥੇ ਸੀ? 2 ਸਾਲ ਹੋ ਗਏ। 2 ਸਾਲਾਂ 'ਚ ਅਸੀਂ ਕਿਸੇ ਨੂੰ ਮਾੜੀ ਚੰਗੀ ਗੱਲ ਨਹੀਂ ਕਹੀ, ਨਾ ਹੀ ਅਸੀਂ ਕੋਈ ਕਿਸੇ ਟੀਵੀ 'ਤੇ ਜਾ ਕੇ ਕਿਸੇ ਨੂੰ ਮਾੜਾ ਕਹਿੰਦੇ ਆ, ਤੇ ਨਾ ਹੀ ਅਸੀਂ ਗੁਰੂ ਘਰਾਂ ਦੀਆਂ ਸਟੇਜਾਂ ਤੋਂ। ਅਸੀਂ ਕੀ ਤੈਅ ਕੀਤਾ ਖਾਲਸਾ ਜੀ, ਅਸੀਂ IAS ਬਣਾਉਣੇ ਆ। ਕੀ ਸੋਚਿਆ, ਜਿਹੜੇ ਬੈਸਟ ਇੰਸਟੀਚਿਊਟ IAS ਬਣਾ ਰਹੇ ਨੇ ਨਾ, ਪਹਿਲਾਂ ਉਹ ਲੱਭੇ, ਉਹਨਾਂ ਨਾਲ ਟਾਈ ਅਪ ਕੀਤਾ। ਆਪਾਂ ਬੱਚੇ IAS ਬਣਾਉਣ ਵਾਸਤੇ ਉੱਥੇ ਭੇਜਣੇ ਆ, ਤਾਂ ਕਿ ਸਾਡੇ ਸਿੱਖ ਬੱਚੇ ਬਣ ਕੇ ਆਉਣ, ਔਰ ਅਸੀਂ ਉਹਨਾਂ ਦੇ ਸਾਰੇ ਪੈਸੇ ਦੇਵਾਂਗੇ, ਰਹਿਣ ਸਹਿਣ ਦਾ ਇੰਤਜ਼ਾਮ ਕਰਾਂਗੇ। ਅਸੀਂ ਉਹ ਸ਼ੁਰੂ ਕੀਤਾ ਕੰਮ। ਅੱਜ ਤੁਹਾਨੂੰ ਮੈਂ ਵਧਾਈ ਦਿੰਦਾ ਹੈ, ਸਾਡਾ ਪਹਿਲਾ ਸਿੱਖ ਬੱਚਾ ਜਿਹੜਾ ਹੈ ਉਹ ਪ੍ਰੀਲਿਮਸ ਦਾ ਐਗਜ਼ਾਮ ਪਾਸ ਕਰ ਚੁੱਕਿਆ ਹੈ, ਜਿਹਨੂੰ ਅਸੀਂ ਅਡਾਪਟ ਕੀਤਾ, ਪ੍ਰੀਲਿਮਸ ਦਾ ਐਗਜ਼ਾਮ ਪਾਸ ਕਰ ਚੁੱਕਿਆ। ਉਹਦੇ ਮਾਂ-ਬਾਪ ਨੂੰ ਵਧਾਈ ਆ। ਅੱਜ ਦੇਸ਼ ਦੇ ਅੰਦਰ, ਭਾਵੇਂ ਉੱਤਰਾਖੰਡ ਦੇ ਅੰਦਰ, ਭਾਵੇਂ UP ਦੇ ਅੰਦਰ, ਭਾਵੇਂ ਕਲਕੱਤੇ ਦੇ ਅੰਦਰ, ਦੇਸ਼ ਦੇ ਅੰਦਰ ਕਿਤੇ ਵੀ ਸਿੱਖ ਨਾ ਬੀਤਦੀ ਆ ਨਾ,
ਉਹ ਫਟਾਫਟ ਦਿੱਲੀ ਕਮੇਟੀ ਲੱਭਦਾ। ਐਹੀ ਤੁਸੀਂ ਵੀ ਕਿੱਲਾ ਗੱਡ ਕੇ ਖਲੋ, ਆਪਣੇ ਬੱਚਿਆਂ ਵਾਸਤੇ ਖੜੇ ਆ। ਇਹਨਾਂ ਨੂੰ ਕਿਸੇ ਸੂਰਤ ਅੰਦਰ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣ ਦਿਆਂਗੇ ਜਿਹੜੇ ਲੋਕ ਬਣਾਉਣਾ ਚਾਹੁੰਦੇ ਨੇ। ਸਭ ਲੋਕ ਇਕੱਠੇ ਹੋ ਕੇ ਸਾਨੂੰ ਮਾਰਨਾ ਚਾਹੁੰਦੇ ਨੇ। ਬਸ ਮੈਂ ਇੱਕ ਹੀ ਗੱਲ ਕਹਿਣਾ ਹੈ, ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੈ। ਸਾਡਾ ਵਿਸ਼ਵਾਸ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆ। ਮੈਂ ਤੁਹਾਡੇ ਕੋਲ ਫੇਰ ਆਉਂਗਾ ਔਰ ਤੁਹਾਨੂੰ ਯਾਦ ਕਰਾਉਂਗਾ ਕਿ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੇ ਉੱਤੇ ਜਾ ਕੇ ਨਤਮਸਤਕ ਹੋ ਕੇ ਉਸ ਦੇ ਤਖਤ ਦੇ ਅੱਗੇ ਸੀਸ ਝੁਕਾਇਆ ਸੀ, ਜਿੱਤ ਫੇਰ ਉਹਨਾਂ ਦੀ ਹੋਈ ਆ। ਔਰ ਜਿਹੜੇ ਸਰਕਾਰਾਂ ਦੇ ਤਖਤਾਂ ਦੇ ਥੱਲੇ ਸੀਸ ਝੁਕਾਉਂਦੇ ਪਏ ਨੇ, ਉਹਨਾਂ ਦੀ ਹਾਰ ਹੋਊਗੀ, ਉਹਨਾਂ ਦੀ ਹਾਰ ਹੋਊਗੀ। ਕਿਸੇ ਸੂਰਤ ਅੰਦਰ ਉਹਨਾਂ ਦੀ ਜਿੱਤ ਨਹੀਂ ਹੋ ਸਕਦੀ। ਜਿੱਤ ਅਕਾਲ ਪੁਰਖ ਦੀ ਹੋਊਗੀ। ਬਹੁਤ ਬਹੁਤ ਧੰਨਵਾਦ। 2000 ਤੋਂ ਮੈਂ ਗੋਲਡੀ ਨੂੰ ਜਾਣਦੀ ਹਾਂ ਤੇ ਗੋਲਡੀ ਜੀ ਜਦੋਂ ਤੋਂ ਲੱਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਇੱਕੋ ਹੀ ਝੰਡੇ ਥੱਲੇ ਕੰਮ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਕੋਈ ਦਲ ਨਹੀਂ ਬਦਲਿਆ, ਕੁਛ ਨਹੀਂ, ਇੱਕੋ ਪਾਸੇ ਖੜੇ ਆ। ਇਹ ਜਿਹੜੀ ਕਮਿਟਮੈਂਟ ਹੁੰਦੀ ਹੈ ਨਾ, ਇਹ ਬਹੁਤ ਵੱਡੀ ਕਮਿਟਮੈਂਟ ਹੁੰਦੀ ਹੈ। ਕਿਸਾਨ ਮੋਰਚਾ ਜਦੋਂ ਤੋਂ ਦਿੱਲੀ 'ਚ ਲੱਗਾ ਹੈ, ਪਹਿਲੇ ਦਿਨ ਤੋਂ ਹੀ ਤਿੰਨੋਂ ਜਿਹੜੇ ਬਾਰਡਰ ਨੇ, ਟੀਕਰੀ ਬਾਰਡਰ, ਸਿੰਘੂ ਬਾਰਡਰ ਔਰ ਗਾਜੀਪੁਰ ਬਾਰਡਰ ਤੇ ਲੰਗਰਾਂ ਦੀ ਸੇਵਾ, ਲੰਗਰਾਂ ਦੇ ਨਾਲ ਨਾਲ ਦਵਾਈਆਂ ਦੀ ਸੇਵਾ, ਬਿਸਤਰਿਆਂ ਦੀ ਸੇਵਾ, ਗੀਜ਼ਰਾਂ ਦੀ ਸੇਵਾ, ਜੋ ਵੀ ਚੀਜ਼ ਦੀ ਉੱਥੇ ਲੋੜ ਸੀ ਉੱਥੇ ਸੇਵਾ ਕੀਤੀ ਗਈ ਔਰ ਕੀਤੀ ਜਾ ਰਹੀ ਹੈ ਹੁਣ ਤੱਕ। ਹੁਣ ਜਿਸ ਤਰ੍ਹਾਂ ਇਹਨਾਂ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਕਿ ਜੌਬਸ ਵਾਸਤੇ ਵੀ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਕਿਸ ਤਰ੍ਹਾਂ ਜੌਬਸ ਲਗਾਉਣਗੇ, ਕਿਸ ਤਰੀਕੇ ਨਾਲ CV ਬਣਾਉਣਗੇ, ਬੱਚਿਆਂ ਨੂੰ ਕਿਵੇਂ ਸਿਖਾਇਆ ਜਾਏਗਾ। ਇਹ ਵੀ ਇੱਕ ਬਹੁਤ ਅੱਛਾ ਉਪਰਾਲਾ ਹੈ, ਕਿਉਂਕਿ ਅੱਜ ਕੱਲ੍ਹ ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈ। ਉਹਦੇ ਵਾਸਤੇ ਅਗਰ ਉਹਨਾਂ ਨੂੰ ਚੈਨਲਾਈਜ਼ ਕਰਤਾ ਜਾਏ ਯੂਥ ਨੂੰ, ਤੇ ਉਹਦੇ ਲਈ ਵੀ ਬਹੁਤ ਅੱਛਾ ਕੰਮ ਹੋ ਸਕਦਾ ਹੈ। ਤੇ ਮੈਂ ਆਪ ਜੀ ਨੂੰ ਸਿਰਫ ਇੰਨੀ ਬੇਨਤੀ ਕਰਨੀ ਹੈ ਕਿ ਜਿਸ ਤਰੀਕੇ ਨਾਲ ਜਤਿੰਦਰਪਾਲ ਸਿੰਘ ਗੋਲਡੀ ਜੀ ਇੱਥੇ ਸੇਵਾ ਕਰ ਰਹੇ ਨੇ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਸੇਵਾ ਕਰ ਰਹੀ ਹੈ। ਧੰਨਵਾਦ ਕਰਦੇ ਹਾਂ ਗੋਲਡੀ ਜੀ ਦਾ, ਜਿਨ੍ਹਾਂ ਨੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਉਣ ਵਾਸਤੇ ਇੱਥੇ ਇਕੱਠੇ ਕੀਤਾ। ਤੁਹਾਡੇ ਸਾਰਿਆਂ ਨੂੰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਦ ਤੋਂ ਇਹ ਸੇਵਾ ਤੁਸੀਂ ਦਿੱਤੀ ਹੈ ਪਿਛਲੇ 8 ਸਾਲਾਂ ਤੋਂ, ਸ਼ਾਇਦ ਹੀ ਕੋਈ ਐਸਾ ਫੀਲਡ ਹੋਵੇ ਗੁਰਦੁਆਰਾ ਪ੍ਰਬੰਧਕ ਦੇ ਨੂੰ ਲੈ ਕੇ ਕਿ ਜਿਹਦੇ ਉੱਤੇ ਅਸੀਂ ਪੈਰਾ ਨਾ ਦਿੱਤਾ ਹੋਵੇ। ਭਾਵੇਂ ਆਪਣੇ ਉਸ ਇਤਿਹਾਸ ਨੂੰ ਸੁਰਜੀਤ ਕਰਨ ਦੀ ਗੱਲ ਹੋਵੇ, ਜਿਹੜੇ ਸਾਡੇ ਬੱਚੇ ਜਿਸ ਤੋਂ ਪਿੱਛੇ ਹਟ ਰਹੇ ਸੀ ਉਹਨੂੰ ਭਾਵੇਂ ਫਤਿਹ ਦਿਵਸ ਦੇ ਰੂਪ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ ਲਾਲ ਕਿਲੇ ਦੇ ਵਿੱਚ। ਉਸ ਤੋਂ ਬਾਅਦ ਸ਼ਤਾਬਦੀਆਂ ਦੇ ਰੂਪ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਲੋਕਾਂ ਤੱਕ ਲੈ ਕੇ ਆਏ, ਬੱਚਿਆਂ ਤੱਕ ਲੈ ਕੇ ਆਏ। ਉਸ ਤੋਂ ਬਾਅਦ ਸ਼ਤਾਬਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਪੱਧਰ ਤੇ ਮਨਾਈ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸ ਤਰੀਕੇ ਦੇ ਨਾਲ ਹੈ ਸ਼ਤਾਬਦੀ ਮਨਾਈ ਹੈ। ਘਰ ਘਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਦੇਸ਼ਾ ਪਹੁੰਚਾਉਣ ਦੀ ਗੱਲ ਕੀਤੀ ਔਰ ਆਉਣ ਵਾਲੀ ਜਿਹੜੀ ਸ਼ਤਾਬਦੀ ਹੈ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਉਹ ਵੀ ਬੜੇ ਧੂਮਧਾਮ ਦੇ ਨਾਲ ਵੱਡੇ ਪੱਧਰ ਦੇ ਉੱਤੇ ਮਨਾਉਣ ਦੀ ਗੱਲ ਚੱਲ ਰਹੀ ਹੈ। ਉਸ ਇਤਿਹਾਸ ਨੂੰ, ਉਸ ਤਿਲਕ ਜੰਜੂ ਦੇ ਰਾਖੇ ਦੇ ਬਾਰੇ ਘਰ ਘਰ ਤੱਕ ਅਸੀਂ ਸੰਦੇਸ਼ਾ ਪਹੁੰਚਾਉਣ ਦੀ ਗੱਲ ਕੀਤੀ। ਇੱਕ ਫੈਸਲਾ ਕੀਤਾ ਸੀ ਕਿ ਸਮੁੱਚੀ ਕੌਮ ਨੂੰ ਇਕੱਠਾ ਕਰਾਂਗੇ। ਅਸੀਂ ਸਮੁੱਚੀ ਕੌਮ ਦੇ ਇੱਕ ਇਹੋ ਜਿਹੀ ਜਥੇਬੰਦੀ ਬਣਾ ਕੇ ਛੱਡਾਂਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਦਿੱਲੀ ਦੇ ਵਿੱਚ ਨਹੀਂ, ਦੇਸ਼ ਦੇ ਵਿੱਚ ਨਹੀਂ, ਦੁਨੀਆ ਦੇ ਵਿੱਚ ਕਿਧਰੇ ਅਗਰ ਸਿੱਖਾਂ ਦੀ ਕੋਈ ਆਵਾਜ਼ ਉਠਾਉਣ ਉਸੇ ਗੱਲ ਉੱਠੇ ਤੇ ਸਭ ਤੋਂ ਪਹਿਲਾ ਨਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਏ। ਅੱਜ ਅਸੀਂ ਆਪਣੇ ਇਲਾਕੇ ਦੇ ਅੰਦਰ ਇੱਕ ਕਿਰਤ ਨਾਂ ਦੀ ਸੰਸਥਾ ਦਾ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ, ਜਿਹਦੇ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਰਣਜੀਤ ਕੌਰ ਜੀ ਆਏ ਨੇ। ਅਸੀਂ ਉਹਦੇ ਵਿੱਚ ਜਿਹੜੇ ਬੱਚੇ ਜੌਬ ਚਾਹੁੰਦੇ ਨੇ, ਕਿਰਤ ਉਹ ਹੈ ਜੋ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਸੀ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਕਿਰਤ ਜੌਬ, ਜਿਨ੍ਹਾਂ ਨੂੰ ਨੌਕਰੀਆਂ ਦੀ ਲੋੜ ਹੈ, ਵਿਚਾਰੇ ਪਰੇਸ਼ਾਨ ਨੇ, ਉਹਨਾਂ ਨੂੰ ਅਸੀਂ ਜੌਬ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਆਲਰੇਡੀ ਜੌਬ ਕਰ ਰਹੇ ਨੇ ਉਹਨਾਂ ਦੀ ਜੌਬ ਦੀ ਇਨਕਰੇਜਮੈਂਟ ਹੋ ਸਕੇ, ਅੱਗੇ ਤਰੱਕੀ ਕਰ ਸਕਣ, ਉਹਦੇ ਬਾਰੇ ਦੱਸਾਂਗੇ। CV ਬਣਾਉਣ ਤੱਕ ਦੱਸਾਂਗੇ, ਕਿਸ ਤਰੀਕੇ ਨਾਲ ਜੌਬ ਜਾ ਕੇ ਇੰਟਰਵਿਊ ਦੇਣੇ ਹਨ, ਉਹ ਸਾਰਾ ਅਸੀਂ ਪ੍ਰਬੰਧ ਕਰ ਰਹੇ ਹਾਂ। ਪਰ ਸੰਸਥਾ ਸਾਡੀ ਅੱਜ ਇੱਥੇ ਉਦਘਾਟਨ ਅਸੀਂ ਕੀਤਾ ਇਹਦਾ, ਔਰ ਨਾਲ ਹੀ ਸਾਰੀ ਸੰਗਤ ਨੇ ਇਸ ਇਲਾਕੇ ਵੱਲੋਂ 10 ਅਸੀਸਾਂ ਦਿੱਤੀਆਂ ਨੇ। ਮੈਂ ਧੰਨਵਾਦ ਕਰਨਾ ਪ੍ਰਧਾਨ ਸਾਹਿਬ ਦਾ, ਸੇਸਾ ਜੀ ਦਾ ਔਰ ਕਾਲਕਾ ਜੀ ਦਾ ਵੀ, ਔਰ ਬੀਬੀ ਰਣਜੀਤ ਕੌਰ ਦਾ, ਜਿਨ੍ਹਾਂ ਨੇ ਸਾਥ ਪਹੁੰਚੇ ਨੇ ਔਰ ਲੱਖਾਂ ਦੀ ਤਾਦਾਦ ਸੰਗਤਾਂ ਨੇ ਹਾਜ਼ਰੀ ਭਰ ਕੇ ਅਸੀਸਾਂ ਦਿੱਤੀਆਂ ਨੇ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲੇਬਰ ਅਤੇ ਦਲਿਤ ਅਧਿਕਾਰਾਂ ਦੇ ਕਾਰਕੁਨ ਨੌਦੀਪ ਕੌਰ ਨੂੰ ਸਨਮਾਨਿਤ ਕੀਤਾ। ਨਾਲ ਹੀ ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਨੌਦੀਪ ਕੌਰ ਲਈ ਆਪਣੀ ਤਰਫੋਂ ਕਾਨੂੰਨੀ ਲੜਾਈ ਵੀ ਲੜਨਗੇ। ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨੇ ਨੌਦੀਪ ਕੌਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਕਿਹਾ ਕਿ ਨੌਦੀਪ ਕੌਰ ਨਾਲ ਜੋ ਬੇਇਨਸਾਫੀ ਕੀਤੀ ਗਈ ਹੈ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਸੀ। ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਅਸੀਂ ਨੌਦੀਪ ਕੌਰ ਨਾਲ ਡਟ ਕੇ ਖੜੇ ਹਾਂ ਤੇ ਇਹਨਾਂ ਦੀ ਲੜਾਈ ਲੜਾਂਗੇ, क्योंकि ਸਾਡੇ परिवार देशद्रोही नहीं। पिछले दिनों में डिजिटल मीडिया पर देखा जिस तरह की बेइंसाफी नवदीप कौर के साथ की गई, वो मानवता को शर्मसार करने वाली है, वो इंसानियत को शर्मसार करने वाली है, वो इस देश के संविधान के
खिलाफ है। बाबा साहब अम्बेडकर ने जो हमें संविधान दिया था, उस संविधान को हर देशवासी अपने जीवन में धर्म की तरह पूजता है, उसकी बहुत बड़ी अहमियत है। लेकिन आज जिस तरह से नवदीप कौर के साथ हरियाणा की पुलिस ने, सरकार ने जाति की, उसने उस संविधान की मर्यादाओं को भी तार तार किया है। एक बेटी के साथ नाजायज मुकदमे दर्ज करने, 360 जैसी धाराएं लगानी, डकैती, एक्सटॉर्शन, और फिर जब इसको ये कहा गया कि ये सारे डॉक्यूमेंट पे तुम साइन करो, ब्लैंक कागजों पे जब करने से मना किया तो पीटा गया। 3 पुलिस वाले पैर रखकर खड़े होते हो एक बेटी के ऊपर, उसका सांस आना भी बंद हो जाए। ऐसे शर्मसार करने वाली घटनाएं हमारे सबके सिर झुकने को मजबूर हैं। हम शर्मसार हुए हैं कि ऐसे लोग आज भी इस देश में, इस धरती पर हैं, जिनके अंदर इंसानियत भी मर चुकी है। हमें बहुत बेइज्जत किया गया टीवियों पे बुलाकर, यहाँ तक कहा गया कि तुम देशद्रोहियों का साथ दे रहे हो। हमने बड़े फक्र से कहा हमारे परिवार देशद्रोही नहीं है। हमें बदनाम करने की जो कोशिश कर रहे हैं, उनका मकसद हमारे आंदोलन को कमज़ोर करना और हमें बदनाम करना है। हम अपने परिवारों के साथ खड़े हैं। जाति सूचक शब्दों का इस्तेमाल किया गया नवदीप कौर के लिए। हमें इस बात का गुस्सा भी है, अफसोस भी है और दुख भी है कि किसी और में नहीं, बल्कि वर्दी के अंदर जो पुलिस थी उसने सब कुछ किया। मैं उन पुलिस वालों को आज ये बात कहना चाहता हूं, तुम अपने दिन गिनने शुरू करो। जितना भी तुम जोर लगा सको लगाना। तुम्हें ढूंढेंगे, तुम्हारे ऊपर मुकदमे दर्ज कराएंगे, तुम्हें नौकरी से बर्खास्त कराएंगे। आने वाले दिनों में हमारी बेटी नवदीप हमारे स्टेट की पंचायत और इस देश की पंचायत जहां पे आज बैठी है, इसके सामने जो पार्लियामेंट है, आने वाले दिनों में वहां खड़े होकर अपनी आवाज को बुलंद करेगी। वो दिन दूर। नवदीप जी ने बताया कि 45 दिन पुलिस ने किस तरीके से तशद्दुद की, किस तरीके से जुल्म किया जा रहा है, अत्याचार किया जा रहा है, जो आवाज़ उठाने वाले मजदूरों के हक में, किसानों के हक में, और कोई भी कसूर ना होते हुए जिस तरीके से उनके ऊपर दफाएं लगाई। इस देश के अंदर इससे बुरा वक्त शायद उस समय भी नहीं था जिस वक्त अंग्रेज राज करते थे। आज जिस तरीके से एक डेमोक्रेटिक राइट को दबाने की कोशिश की जा रही है, टोटल ह्यूमन राइट वायलेशन हो रहा है, क्योंकि इन्होंने जो आवाज़ उठाई ह्यूमन राइट्स के लिए उठाई थी, किसान वर्ग के लिए उठाई, मजदूर वर्ग के लिए उठाई, और आज जिस तरीके से इन्होंने बताया कि देश के अंदर जहाँ गंदा कानून चल रहा है, अपनी सरकार हो, अपना कानून बनाया जा रहा है, अपनी पुलिस हो, और किस तरीके से इनके ऊपर जुल्म किया गया, ये बहुत ही निंदकयोग है। दिल्ली से गुरुद्वारा प्रबंधक कमेटी ने इस हमारी छोटी बहन के ऊपर हाथ रखा है और सारी कमेटी ने फैसला किया कि जब तक इनके ऊपर ये केसेस चलेंगे, सारी कमेटी इनका सहयोग करेगी। जो ये इस वक्त भी बेल के ऊपर आए हैं, पूरी कमेटी और हमारे बहुत ही माननीय श्री RS चीमा जी, हरिंदर सिंह बैंस, उन्होंने जो ये हमारा सहयोग दिया, हम उनका भी धन्यवाद करते हैं। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਤੇ ਸੰਯੁਕਤ ਮੋਰਚੇ ਦੇ ਸਹਿਯੋਗ ਦੀ ਬਦੌਲਤ ਦਿੱਲੀ 'ਚ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਹੋਰ ਵਿਅਕਤੀਆਂ ਦੀ ਜ਼ਮਾਨਤ ਤੇ ਰਿਹਾਈ ਹੋ ਰਹੀ ਹੈ ਤੇ ਬਾਕੀ ਵਿਅਕਤੀ ਜਲਦ ਹੀ ਜੇਲ੍ਹ 'ਚੋਂ ਬਾਹਰ ਆ ਜਾਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 4 ਹੋਰ ਲੋਕ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ੍ਹ ਵਿੱਚੋਂ ਰਿਹਾ ਹੋ ਗਏ ਨੇ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਡੇ ਲਈ ਰਿਹਾ ਹੋਣ ਵਾਲੇ ਲੋਕ ਕ੍ਰਾਂਤੀਕਾਰੀ ਨੇ। ਇਸ ਮੌਕੇ ਅਨਿਲ, ਅਮਰਜੀਤ ਸਿੰਘ, ਪੰਥਪ੍ਰੀਤ ਸਿੰਘ, ਅਰਮਾਨਦੀਪ ਨੂੰ ਰਿਹਾਈ ਮਿਲੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਹਨਾਂ ਉੱਤੇ ਤਸ਼ੱਦਦ ਕੀਤਾ ਗਿਆ ਜੋ ਮੰਦਭਾਗਾ। ਇਸ ਮੌਕੇ ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਵੱਲੋਂ ਚੇਅਰਮੈਨ ਜਗਦੀਪ ਸਿੰਘ ਕਾਲੋਂ ਦੀ ਅਗਵਾਈ ਹੇਠ ਸਖਤ ਮਿਹਨਤ ਕਰਕੇ ਇਹਨਾਂ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ ਕਰਵਾਈ ਗਈ। ਪਹਿਲਾਂ ਤਾਂ ਮੈਂ ਵਧਾਈ ਦਿੰਦਾ ਹਾਂ ਆਪਣੇ ਸਾਰੇ ਨੌਜਵਾਨ ਦੋਸਤਾਂ ਨੂੰ ਜਿਹੜੇ ਅੱਜ ਤਿਹਾੜ ਜੇਲ੍ਹ ਤੋਂ ਰਿਹਾ ਹੋ ਕੇ ਆਏ ਨੇ। ਸਾਡੇ ਲਈ ਇਹ ਕ੍ਰਾਂਤੀਕਾਰੀ ਸਾਡੇ ਵੀਰ ਨੇ। ਇਹਨਾਂ ਨੇ ਕੋਈ ਜੇਲ੍ਹ ਕਿਸੇ ਨੂੰ ਕ੍ਰਾਈਮ ਕਰਕੇ ਨਹੀਂ, ਬਲਕਿ ਆਪਣੇ ਕਿਸਾਨੀ ਦੇ ਵਾਸਤੇ ਜੇਲ੍ਹ ਕੱਟੀ ਆ। ਔਰ ਮੈਂ ਇਹਨਾਂ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ, ਅਨਿਲ ਜੀ, ਅਮਰਜੀਤ ਜੀ ਔਰ ਪੰਥਪ੍ਰੀਤ ਜੀ, ਅਰਮਾਨਦੀਪ ਜੀ, ਮੈਂ ਤੁਹਾਨੂੰ ਚਾਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਦੇਖੋ, ਦੇਸ਼ ਤੁਹਾਨੂੰ ਯਾਦ ਰੱਖੇਗਾ। ਮੈਂ ਕਹਿੰਦਾ ਕਿ ਕਿਸੇ ਦੀ ਮਰੀ ਜ਼ਮੀਰ ਵਾਲਾ ਆਦਮੀ ਵੀ, ਕੋਈ ਆਦਮੀ ਘਟੀਆ ਤੋਂ ਘਟੀਆ ਆਦਮੀ ਵੀ
ਸੋਚ ਨਹੀਂ ਸਕਦਾ ਇਹਨਾਂ ਨੂੰ ਇਸ ਤਰ੍ਹਾਂ ਹੱਥ ਲਾਉਣ ਦਾ ਜਿਸ ਤਰ੍ਹਾਂ ਇਹਨਾਂ ਨੂੰ ਕੁੱਟਿਆ ਗਿਆ। ਪਰ ਮੈਂ ਵੀ ਅੱਜ ਇਹਨਾਂ ਨਾਲ ਇੱਕ ਵਾਅਦਾ ਕੀਤਾ ਹੈ ਤਾਂ ਮੈਂ ਤੁਹਾਨੂੰ ਵੀ ਸਭ ਨੂੰ ਕਹਿਣਾ ਹੈ, ਜਿਹਦਾ ਨਾਮ ਦੱਸਿਆ ਏ.ਕੇ. ਯਾਦਵ, ਕੀ ਨਾਮ ਦੱਸਿਆ? ਏ.ਕੇ. ਯਾਦਵ ਨੂੰ ਮੈਂ ਅੱਜ ਕਹਿ ਰਿਹਾ ਜਨਤਕ ਤੌਰ ਤੇ, ਏ.ਕੇ. ਯਾਦਵ ਤੂੰ ਆਪਣੇ ਦਿਨ ਗਿਣਨੇ ਸ਼ੁਰੂ ਕਰ ਲਾ। ਜੇਕਰ ਅਸੀਂ ਏ.ਕੇ. ਯਾਦਵ ਨੂੰ ਨੌਕਰੀ ਤੋਂ ਡਿਸਮਿਸ ਨਾ ਕਰਾ ਸਕੇ ਤੇ ਅਸੀਂ ਸੋਚਾਂਗੇ ਸਾਨੂੰ ਦਿੱਲੀ 'ਚ ਰਹਿਣ ਦਾ ਅਧਿਕਾਰ ਨਹੀਂ ਹੈਗਾ, ਉਹ ਲੋਕਾਂ ਨੂੰ ਛੱਡਾਂਗੇ ਨਹੀਂ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਨਾਲ ਹੀ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਤੇ ਸੰਯੁਕਤ ਮੋਰਚੇ ਦੇ ਸਹਿਯੋਗ ਦੀ ਬਦੌਲਤ ਦਿੱਲੀ 'ਚ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਹੋਰ ਵਿਅਕਤੀਆਂ ਦੀ ਜ਼ਮਾਨਤ ਤੇ ਰਿਹਾਈ ਹੋ ਰਹੀ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਪ੍ਰੋਗਰਾਮ ਗੁੰਜਾ ਸਿੱਖ ਹਿੱਸਾ ਲੈ ਕੇ ਫਿਰ ਆਪ ਜੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोनिहार।